ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ। ਅੱਜ ਆਪਾਂ ਡਿਸਕਸ ਕਰਾਂਗੇ ਟੌਪਿਕ ਨੰਬਰ 3 BA ਸਮੈਸਟਰ 1 ਪੋਲੀਟੀਕਲ ਸਾਇੰਸ ਰਿਲੇਸ਼ਨਸ਼ਿਪ ਆਫ ਪੋਲੀਟੀਕਲ ਸਾਇੰਸ ਵਿਦ ਅਦਰ ਸਬਜੈਕਟਸ ਲਾਈਕ ਇਕਨੋਮਿਕਸ ਹਿਸਟਰੀ ਐਂਡ ਸੋਸ਼ੀਓਲੋਜੀ। ਸੋ ਬਹੁਤ ਹੀ ਇੰਪੋਰਟੈਂਟ ਅਤੇ ਇੰਟਰਸਟਿੰਗ ਟੌਪਿਕ ਹੈ। ਵੀਡੀਓ ਨੂੰ ਐਂਡ ਤੱਕ ਬਿਨਾਂ ਸਕਿਪ ਕਰੇ ਦੇਖਿਓ ਤੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਟੈਲੀਗ੍ਰਾਮ ਚੈਨਲ ਵੀ ਤੁਸੀਂ ਫੋਲੋ ਕਰ ਸਕਦੇ ਹੋ। ਮੀਤ ਸਟੱਡੀ ਹੱਬ ਨਾਮ ਦਾ ਮੇਰਾ ਚੈਨਲ ਹੈ। ਵਾਟਰਮਾਰਕ ਤੁਹਾਡੇ ਅੱਗੇ ਬਲਿੰਕ ਹੋ ਰਿਹਾ ਹੈ। ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਸਭ ਤੋਂ ਪਹਿਲਾਂ ਕਰਾਂਗੇ ਪੋਲੀਟੀਕਲ ਸਾਇੰਸ ਐਂਡ ਇਕਨੋਮਿਕਸ ਦਾ ਰਿਲੇਸ਼ਨਸ਼ਿਪ। ਪੇਪਰ 'ਚ ਹਮੇਸ਼ਾ ਪੁੱਛਿਆ ਜਾਂਦਾ ਹੈਗਾ ਕਿ ਰਿਲੇਸ਼ਨਸ਼ਿਪ ਚਾਹੇ ਇਕਨੋਮਿਕਸ ਦਾ ਆ ਜਾਵੇ, ਚਾਹੇ ਹਿਸਟਰੀ ਦਾ ਆ ਜਾਵੇ, ਚਾਹੇ ਸੋਸ਼ੀਓਲੋਜੀ ਨਾਲ ਆ ਜਾਵੇ। ਸੋ ਇੱਕ ਕੁਐਸਚਨ ਪੱਕਾ ਇਹਦੇ ਵਿੱਚੋਂ ਆਉਂਦਾ ਹੈ। ਪੋਲੀਟੀਕਲ ਸਾਇੰਸ ਐਂਡ ਇਕਨੋਮਿਕਸ ਯਾਨੀ ਕਿ ਰਾਜਨੀਤੀ ਸ਼ਾਸਤਰ ਅਤੇ ਅਰਥ ਸ਼ਾਸਤਰ ਦਾ ਸੰਬੰਧ। ਸਭ ਤੋਂ ਪਹਿਲਾਂ ਆਪਾਂ ਜਿਹੜੀ ਵੀ ਇੰਟਰੋਡਕਸ਼ਨ ਵਗੈਰਾ ਇਸ ਦੀ ਕਰ ਰਹੇ ਹਾਂ ਰਾਜਨੀਤੀ ਸ਼ਾਸਤਰ ਦੀ, ਉਹ ਜਦੋਂ ਤੁਸੀਂ ਕੋਈ ਵੀ ਸਬਜੈਕਟ ਇਲੈਬੋਰੇਟ ਕਰੋਗੇ ਉਸ ਦੇ ਵਿੱਚ ਇਹੀ ਵਾਲਾ ਜਿਹੜਾ ਹੈਗਾ ਡਿਫਾਈਨ ਕਰ ਦੇਣਾ। ਬਾਰ ਮੈਂ ਨਹੀਂ ਦੇ ਵਿੱਚ ਲਿਖਿਆ ਹੈਗਾ, ਇੱਕੋ ਵਾਰ ਜਿਹੜਾ ਹੈਗਾ ਮੈਂ ਇੱਥੇ ਲਿਖਤਾ, ਬਾਕੀਆਂ ਦੇ ਵਿੱਚ ਮੈਂ ਸੇਮ ਲਿਖਿਆ ਕਿ ਜਦੋਂ ਵੀ ਪੋਲੀਟੀਕਲ ਸਾਇੰਸ ਬਾਰੇ ਅਗਰ ਲਾਈਕ ਤੁਹਾਡਾ ਇਕਨੋਮਿਕਸ ਅਤੇ ਪੋਲੀਟੀਕਲ ਦਾ ਆ ਗਿਆ ਤਦ ਵੀ ਤੁਸੀਂ ਇਹੀ ਲਿਖਣਾ। ਅਗਰ ਤੁਹਾਡਾ ਹਿਸਟਰੀ ਦਾ ਆ ਜਾਵੇ ਅਤੇ ਪੋਲੀਟੀਕਲ ਦਾ ਡਿਫਰੈਂਸ ਆ ਜਾਵੇ ਤਦ ਵੀ ਤੁਸੀਂ ਪੋਲੀਟੀਕਲ ਦਾ ਇਹੀ ਵਾਲਾ ਡਿਫਰੈਂਸ ਕਰਨਾ ਇੱਕੋ ਵਾਰੀ, ਠੀਕ ਹੈ। ਸੋ ਰਾਜਨੀਤੀ ਸ਼ਾਸਤਰ ਜਿਹੜਾ ਹੈਗਾ ਰਾਜ ਅਤੇ ਸਰਕਾਰ ਦਾ ਅਧਿਐਨ ਹੈ। ਸੋ ਇਹ ਅਧਿਐਨ ਕਰਨ ਵਾਲਾ ਵਿਸ਼ਾ ਹੀ ਰਾਜਨੀਤੀ ਸ਼ਾਸਤਰ ਹੈ। ਇਸ ਦੇ ਵਿੱਚ ਰਾਜ, ਸਰਕਾਰ, ਕਾਨੂੰਨ, ਰਾਜਨੀਤਿਕ ਸੰਸਥਾਵਾਂ, ਅੰਤਰਰਾਸ਼ਟਰੀ ਸੰਬੰਧ, ਸੰਵਿਧਾਨ, ਰਾਜਨੀਤਿਕ ਸਿਧਾਂਤਾਂ ਦਾ ਅਧਿਐਨ ਕੀਤਾ ਜਾਂਦਾ ਹੈ। ਆਪਾਂ ਪ੍ਰੀਵੀਅਸ ਵੀਡੀਓ ਦੇ ਵਿੱਚ ਵੀ ਪੜ੍ਹਿਆ ਸੀ ਕਿ ਰਾਜਨੀਤੀ ਸ਼ਾਸਤਰ ਕੀ ਹੈਗਾ, ਹੈ ਨਾ। ਸੋ ਉਹਦੇ ਵਿੱਚੋਂ ਹੀ ਲਾਈਨਾਂ ਬਣਾ ਕੇ ਤੁਸੀਂ ਫਸਟ ਕੁਐਸਚਨ ਦੇ ਵਿੱਚੋਂ ਲਿਖ ਸਕਦੇ ਹੋ, ਜਿਹੜਾ ਆਪਾਂ ਪੋਲੀਟੀਕਲ ਸਾਇੰਸ ਵਾਲਾ ਵਾਟ ਡੂ ਯੂ ਮੀਨ ਬਾਈ ਪੋਲੀਟੀਕਲ ਸਾਇੰਸ ਕੀਤਾ। ਸੋ ਤੁਹਾਨੂੰ ਅਗਰ ਉਹ ਯਾਦ ਹੈ ਉਹੀ ਵਾਲਾ ਇੱਥੇ ਸੇਮ ਤੁਸੀਂ ਲਿਖ ਦੇਣਾ। ਸੋ ਇਹ ਦੋ ਸ਼ਬਦਾਂ ਤੋਂ ਬਣੇ ਹੈ, ਰਾਜਨੀਤੀ ਪਲੱਸ ਸ਼ਾਸਤਰ ਯਾਨੀ ਕਿ ਵਿਗਿਆਨ। ਚਾਹੇ ਰਾਜਨੀਤੀ ਸ਼ਾਸਤਰ ਕਹਿ ਦਿਓ, ਚਾਹੇ ਰਾਜਨੀਤੀ ਵਿਗਿਆਨ ਕਹਿ ਦਿਓ। ਰਾਜਨੀਤੀ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਪੋਲੀਟਿਕਸ ਦਾ ਅਨੁਵਾਦ ਹੈ ਅਤੇ ਯੂਨਾਨੀ ਸ਼ਬਦ ਪੋਲਿਸ ਤੋਂ ਲਿਆ ਗਿਆ, ਜਿਹਦਾ ਅਰਥ ਹੈ ਛੋਟੇ ਨਗਰ, ਛੋਟੇ ਰਾਜ। ਅਤੇ ਇਹ ਜਦੋਂ ਯੂਨਾਨ ਛੋਟੇ ਛੋਟੇ ਨਗਰਾਂ 'ਚ ਵੰਡਿਆ ਹੋਇਆ ਸੀ ਤਾਂ ਆਬਾਦੀ ਬਹੁਤ ਸੀਮਤ ਸੀ, ਤਾਂ ਇਹਨੂੰ ਦੇਖਣ ਲਈ ਜਿਹੜਾ ਹੈਗਾ ਇਹਨਾਂ ਨੂੰ ਇੱਕੋ ਵਾਰ 'ਚ ਜਿਹੜਾ ਹੈਗਾ ਸਟੱਡੀ ਕੀਤਾ ਜਾਂਦਾ ਸੀਗਾ। ਸੋ ਇਹਨਾਂ ਦਾ ਜਿਹੜਾ ਹੈਗਾ ਡਾਟਾ ਲਿਆ ਜਾਂਦਾ ਸੀ ਕਿਉਂਕਿ ਇਹ ਰਾਜ ਸੁਤੰਤਰ ਸੀਗੇ, ਹੈ ਨਾ। ਸੋ ਤਾਂ ਕਰਕੇ ਇਹਨਾਂ ਦੀਆਂ ਸਮੱਸਿਆਵਾਂ ਦਾ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਬਾਅਦ ਦੇ ਵਿੱਚ ਪੋਲੀਟੀਕਲ ਸਾਇੰਸ ਕਿਹਾ ਜਾਣ ਲੱਗਿਆ। ਸੋ ਹੁਣ ਇਹ ਪੋਲੀਟੀਕਲ ਸਾਇੰਸ ਹੀ ਕਹਾਉਂਦਾ। ਸੋ ਉਸ ਤੋਂ ਬਾਅਦ ਹੈ ਅਰਥ ਸ਼ਾਸਤਰ। ਕਿਉਂਕਿ ਆਪਾਂ ਅਰਥ ਸ਼ਾਸਤਰ ਨਾਲ ਡਿਫਰੈਂਸ ਕਰ ਰਹੇ ਹਾਂ ਤਾਂ ਅਰਥ ਸ਼ਾਸਤਰ ਦਾ ਮਤਲਬ ਕੀ ਹੈਗਾ। ਅਰਥ ਸ਼ਾਸਤਰ ਮਤਲਬ ਇਕਨੋਮਿਕ ਐਕਟੀਵਿਟੀਜ਼, ਠੀਕ ਹੈ। ਜਦੋਂ ਮਨੁੱਖ ਦੀਆਂ ਆਰਥਿਕ ਕਿਰਿਆਵਾਂ ਦਾ ਜਿਹੜਾ ਹੈਗਾ ਅਧਿਐਨ ਕੀਤਾ ਜਾਂਦਾ ਉਸਨੂੰ ਆਪਾਂ ਅਰਥ ਸ਼ਾਸਤਰ ਕਹਿੰਦੇ ਹਾਂ। ਅਰਥ ਸ਼ਾਸਤਰ ਮਤਲਬ ਆਮਦਨ, ਬਜਟ, ਠੀਕ ਹੈ, ਮੰਗ ਹੋ ਗਿਆ, ਧਨ ਉਤਪਾਦਨ, ਉਪਭੋਗ, ਵੰਡ ਵਟਾਂਦਰਾ, ਇਹ ਸਾਰਾ ਕੁਝ ਕੀ ਹੈ, ਇਕਨੋਮਿਕ ਐਕਟੀਵਿਟੀਜ਼। ਸੋ ਇਹਦਾ ਜਿਹੜਾ ਅਧਿਐਨ ਹੈ ਉਹ ਅਰਥ ਸ਼ਾਸਤਰ ਹੁੰਦਾ। ਐਡਮ ਸਮਿਥ ਦਾ ਵੀ ਇਸ 'ਚ ਵੱਡਾ ਯੋਗਦਾਨ ਹੈਗਾ। ਅਰਥ ਸ਼ਾਸਤਰ ਸਮਾਜ ਵਿੱਚ ਰਹਿ ਰਹੇ ਮਨੁੱਖਾਂ ਦੀਆਂ ਆਰਥਿਕ ਕਿਰਿਆਵਾਂ ਦਾ ਅਧਿਐਨ ਕਰਦਾ ਹੈ। ਆਰਥਿਕ ਕਿਰਿਆਵਾਂ ਤੋਂ ਬਿਨਾਂ ਕਿਉਂਕਿ ਮਨੁੱਖ ਰਹਿ ਨਹੀਂ ਸਕਦਾ, ਤਾਂ ਅਰਥ ਸ਼ਾਸਤਰ ਬਹੁਤ ਜ਼ਰੂਰੀ ਹੈਗਾ। ਸੋ ਅਰਥ ਸ਼ਾਸਤਰ ਦੀ ਰਾਜਨੀਤੀ ਸ਼ਾਸਤਰ ਨੂੰ ਕੀ ਦੇਣ ਹੈਗੀ ਹੈ। ਦੇਖੋ ਅਰਥ ਸ਼ਾਸਤਰ ਕੀ ਦੇ ਰਿਹਾ। ਸੋ ਅੱਜ ਦੇ ਯੁੱਗ ਵਿੱਚ ਆਪਣੀਆਂ ਬਹੁਤ ਜ਼ਿਆਦੀਆਂ ਲੋੜਾਂ ਨੇ, ਕਿਉਂਕਿ ਬੇਸਿਕ ਨੀਡਸ ਤੋਂ ਇਲਾਵਾ ਰੋਟੀ ਕੱਪੜਾ ਮਕਾਨ ਤੋਂ ਇਲਾਵਾ ਵੀ ਸਾਨੂੰ ਡਿਜ਼ਾਇਰਸ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਨੇ, ਸਾਨੂੰ ਲਗਜ਼ੀਰੀਅਸ ਲਾਈਫ ਚਾਹੀਦੀ ਹੈ। ਸੋ ਇਹ ਸਾਰਾ ਕੁਝ ਕੌਣ ਕਰਦਾ ਹੈ, ਅਰਥ ਸ਼ਾਸਤਰ ਹੀ ਕੰਪਲੀਟ ਕਰਦਾ ਹੈ। ਸੋ ਮਨੁੱਖ ਦੀ ਮੁੱਖ ਸਮੱਸਿਆ ਕੀ ਹੈ, ਆਰਥਿਕ, ਹੈ ਨਾ। ਸੋ ਅਰਥ ਸ਼ਾਸਤਰ ਦੇ ਨਾਲ ਹੀ ਆਪਾਂ ਜੁੜੇ ਹੋਏ ਹਾਂ। ਰਾਜ ਅਤੇ ਮਨੁੱਖ ਦੋਨੋਂ ਹੀ ਜਿਹੜਾ ਹੈਗਾ ਆਰਥਿਕ ਕਿਰਿਆਵਾਂ ਲਈ ਜੂਝਦੇ ਨੇ। ਆਰਥਿਕ ਸਮੱਸਿਆਵਾਂ ਰਾਜਨੀਤਿਕ ਸੰਸਥਾਵਾਂ ਨੂੰ ਪ੍ਰਭਾਵਿਤ ਕਰਦੀਆਂ ਨੇ, ਤਾਂ ਹੀ ਤਾਂ ਕ੍ਰਾਂਤੀਆਂ ਆਉਂਦੀਆਂ ਨੇ। ਕਿਉਂਕਿ ਜਦੋਂ ਮਨੁੱਖ ਗਰੀਬ ਹੋਣਗੇ, ਮਨੁੱਖ ਨੂੰ ਆਰਥਿਕ ਕਿਰਿਆਵਾਂ ਉਹਨਾਂ ਦੀਆਂ ਕੰਪਲੀਟ ਨਹੀਂ ਹੋਣਗੀਆਂ, ਹੈ ਨਾ, ਆਰਥਿਕ ਲੋੜਾਂ ਉਹਨਾਂ ਦੀਆਂ ਜਦੋਂ ਪੂਰੀਆਂ ਨਹੀਂ ਹੋਣਗੀਆਂ ਤਾਂ ਉਹ ਰਾਜਨੀਤਿਕ ਸੰਸਥਾਵਾਂ ਨੂੰ ਪ੍ਰਭਾਵਿਤ ਕਰਨਗੇ, ਕ੍ਰਾਂਤੀਆਂ ਲੈ ਕੇ ਆਉਣਗੇ। ਸੋ ਇਹ ਦੋਨੇ ਹੈ ਜਿਹੜੇ ਹੈਗੇ ਨੇ ਆਪਸ 'ਚ ਇੰਟਰ ਰਿਲੇਟਡ ਆ। ਸਰਕਾਰ ਦੀਆਂ ਨੀਤੀਆਂ ਮੁੱਖ ਰੂਪ ਵਿੱਚ ਆਰਥਿਕ ਅਵਸਥਾਵਾਂ ਦਾ ਹੀ ਨਤੀਜਾ ਹੈ, ਠੀਕ ਹੈ। ਜਿਹੜੀਆਂ ਵੀ ਸਰਕਾਰ ਦੀਆਂ ਨੀਤੀਆਂ ਹੁੰਦੀਆਂ ਨੇ, ਰਾਜਨੀਤੀ ਹਮੇਸ਼ਾ ਆਰਥਿਕ ਅਵਸਥਾ ਤੋਂ ਪ੍ਰਭਾਵਿਤ ਹੁੰਦੀ ਰਹੀ ਹੈ। ਕਿਉਂਕਿ ਜਿਹੜੀ ਵੀ ਇੰਗਲੈਂਡ ਅਤੇ ਯੂਰਪ 'ਚ ਕ੍ਰਾਂਤੀ ਆਈ ਸੀ, ਉਦਯੋਗਿਕ ਕ੍ਰਾਂਤੀ, ਉਹ ਵੀ ਆਰਥਿਕ ਅਵਸਥਾਵਾਂ ਦੇ ਕਰਕੇ ਹੀ ਆਈ ਸੀ। ਉਸ ਤੋਂ ਬਾਅਦ ਹੈ ਆਰਥਿਕ ਅਵਸਥਾ ਰਾਜਨੀਤਿਕ ਵਿਚਾਰਧਾਰਾ ਨੂੰ ਵੀ ਪ੍ਰਭਾਵਿਤ ਕਰਦੀ ਹੈ, ਠੀਕ ਹੈ ਜੀ। ਸੋ ਕਿਉਂਕਿ ਜਿਹੜੇ ਸਾਮਵਾਦ, ਸਮਾਜਵਾਦ, ਵਿਅਕਤੀਵਾਦ ਆਦਿ ਵਿਚਾਰਧਾਰਾਵਾਂ ਨੇ ਇਹ ਵੀ ਰਾਜਨੀਤੀ 'ਚ ਵਾਪਰੀਆਂ ਨੇ ਅਤੇ ਇਹਨਾਂ ਦੇ ਪਿੱਛੇ ਵੀ ਕੀ ਸੀਗੀਆਂ, ਆਰਥਿਕ ਅਵਸਥਾਵਾਂ, ਠੀਕ ਹੈ। ਸੋ ਜੋ ਵੀ ਕੁਝ ਰਾਜਨੀਤੀ 'ਚ ਹੋਇਆ ਆਰਥਿਕ, ਜੇ ਆਪਾਂ ਗੱਲ ਕਰੀਏ ਆਰਥਿਕ ਪੱਖ ਦੀ, ਤਾਂ ਇਹ ਜਿਹੜੀਆਂ ਕ੍ਰਾਂਤੀਆਂ ਵੀ ਆਈਆਂ ਨੇ, ਇਹ ਵਿਚਾਰਧਾਰਾਵਾਂ ਵੀ ਆਈਆਂ, ਉਹਦੇ ਪਿੱਛੇ ਵੀ ਜਿਹੜੀ ਸੀਗੀ ਆਰਥਿਕ ਵਿਵਸਥਾ ਹੀ ਸੀਗੀ। ਲੋਕਤੰਤਰ ਦੀ ਸਫਲਤਾ ਲਈ ਆਰਥਿਕ ਖੁਸ਼ਹਾਲੀ ਜ਼ਰੂਰੀ ਹੈ। ਹੁਣ ਦੇਖੋ
ਅਰਥ ਰਾਜਨੀਤੀ ਨੂੰ ਕੀ ਦੇ ਰਿਹਾ ਕਿ ਵੀ ਜੇ ਤੂੰ ਕਾਮਯਾਬ ਹੋਣਾ ਤਾਂ ਤੈਨੂੰ ਜਿਹੜਾ ਹੈਗਾ ਆਰਥਿਕ ਖੁਸ਼ਹਾਲੀ ਲਿਆਉਣੀ ਪਏਗੀ, ਠੀਕ ਹੈ ਨਾ। ਜੇ ਆਪਾਂ ਗਰੀਬ ਹੋਵਾਂਗੇ ਤਾਂ ਲੋਕਤੰਤਰ ਕਿਵੇਂ ਸਫਲ ਹੋਏਗਾ, ਹੈ ਨਾ। ਸੋ ਆਪਾਂ ਵੋਟਾਂ ਹੀ ਨਹੀਂ ਪਾਵਾਂਗੇ, ਕਿਵੇਂ ਲੋਕਤੰਤਰ ਚੱਲੇਗਾ ਫਿਰ। ਸੋ ਇਸ ਕਰਕੇ ਜੇ ਦੇਸ਼ ਗਰੀਬ ਹੋਏਗਾ ਤਾਂ ਆਰਥਿਕਤਾ ਠੀਕ ਨਹੀਂ ਹੋਏਗੀ ਤਾਂ ਲੋਕਤੰਤਰ ਵੀ ਅਸਫਲ ਹੀ ਤਾਂ ਹੋਏਗਾ ਨਾ। ਸੋ ਹੁਣ ਰਾਜਨੀਤੀ ਸ਼ਾਸਤਰ ਕੀ ਦੇ ਰਿਹਾ ਅਰਥ ਸ਼ਾਸਤਰ ਨੂੰ, ਦੇਖੋ ਰਾਜ ਹੈ ਨਾ। ਅਰਥ ਸ਼ਾਸਤਰ ਦੇ ਵਿੱਚ ਜਿੰਨਾ ਵੀ ਕਿਰਿਆਵਾਂ ਨੇ, ਹੈ ਨਾ, ਸਾਰਾ ਦਾ ਦੇਖ ਰੇਖ ਕੌਣ ਕਰਦਾ ਹੈ, ਰਾਜਨੀਤੀ, ਕਾਨੂੰਨ, ਹੈ ਨਾ। ਸੋ ਰਾਜ ਆਰਥਿਕ ਨੀਤੀਆਂ ਦਾ ਨਿਰਮਾਣ ਕਰਾਉਂਦਾ ਹੈਗਾ, ਚਾਹੇ ਪਬਲਿਕ ਸੈਕਟਰ ਹੈ ਚਾਹੇ ਪ੍ਰਾਈਵੇਟ ਸੈਕਟਰ ਹੈ, ਬਟ ਜਿਹੜਾ ਹੈਗਾ ਰਾਜ ਉਹਨਾਂ 'ਤੇ ਕੰਟਰੋਲ ਕਰਦਾ ਹੈ। ਕਾਨੂੰਨ ਦੀ ਸਹਾਇਤਾ ਤੋਂ ਬਿਨਾਂ ਧਨ ਦਾ ਉਤਪਾਦਨ, ਵੰਡ, ਖਪਤ, ਵਟਾਂਦਰਾ ਆਦਿ ਨਿਯਮਿਤ ਨਹੀਂ ਹੋ ਸਕਦਾ, ਆਯਾਤ ਨਿਰਯਾਤ ਵੀ ਨਹੀਂ ਹੋਏਗਾ, ਹੈ ਨਾ। ਜੇ ਕਾਨੂੰਨ ਨਹੀਂ ਬਣੇ ਹੋਣਗੇ ਤੇ ਕਾਨੂੰਨਾਂ ਦਾ ਅਧਿਐਨ ਕੀ ਹੈ, ਰਾਜਨੀਤੀ ਸ਼ਾਸਤਰ। ਤਾਂ ਇਸ ਕਰਕੇ ਜਿਹੜਾ ਹੈ ਅਰਥ ਸ਼ਾਸਤਰ ਵੀ ਡਿਪੈਂਡ ਹੈ ਰਾਜਨੀਤੀ 'ਤੇ। ਅਗਰ ਇਹ ਕੁਛ ਦੇ ਰਿਹਾ ਤਾਂ ਕੁਛ ਲੈ ਵੀ ਰਿਹਾ। ਸੋ ਆਮਦਨ, ਟੈਕਸ, ਬੈਂਕਿੰਗ, ਮੁਦਰਾ, ਇਹ ਸਾਰਾ ਕੁਝ ਕੌਣ ਨਿਰਧਾਰਿਤ ਕਰਦਾ ਹੈ, ਰਾਜ। ਕਿਸ ਲਈ, ਤਾਂ ਕਿ ਆਰਥਿਕ ਕਿਰਿਆਵਾਂ, ਇਕਨੋਮੀ ਚੱਲਦੀ ਰਹੇ। ਆਰਥਿਕ ਢਾਂਚਾ ਰਾਜ ਦੇ ਕਾਨੂੰਨਾਂ ਦੁਆਰਾ ਹੀ ਨਿਯਮਿਤ ਕੀਤਾ ਜਾਂਦਾ ਹੈ ਨਾ। ਸੋ ਉਹੀ ਚੀਜ਼ ਸੇਮ ਆ ਗਈ ਪਿੱਛੇ ਵਾਲੀ ਕਿ ਧਨ ਦੇ ਉਤਪਾਦਨ, ਸਾਧਨ, ਨੀਤੀਆਂ ਸਭ ਦਾ ਦੇਖ ਰੇਖ ਕੌਣ ਕਰਦਾ ਹੈ, ਰਾਜਨੀਤੀ। ਸੋ ਸਰਕਾਰ ਕੀ ਕਰਦੀ ਹੈ, ਕਾਨੂੰਨ ਬਣਾ ਕੇ ਲੁੱਟ ਖਸੁੱਟ ਜਿਹੜੇ ਕਰਦੇ ਨੇ ਉਹਨਾਂ 'ਤੇ ਕੰਟਰੋਲ ਕਰਦੀ ਹੈ, ਟੈਕਸ ਬਟੋਰਦੀ ਹੈ ਤਾਂ ਕਿ ਸਾਨੂੰ ਜਿਹੜਾ ਹੈਗਾ ਟੈਕਸਾਂ ਨੂੰ ਪ੍ਰਾਪਤ ਕਰਕੇ ਇਹ ਹੋਰ ਕੰਮਾਂ 'ਤੇ ਲਗਾਵੇ। ਸੋ ਇਹ ਸਾਰਾ ਕੁਝ ਕੌਣ ਕਰਦਾ ਹੈਗਾ, ਕਾਨੂੰਨ, ਯਾਨੀ ਕਿ ਰਾਜਨੀਤੀ। ਆਰਥਿਕ ਵਿਕਾਸ ਲਈ ਰਾਜਨੀਤਿਕ ਸਥਿਰਤਾ ਵੀ ਜ਼ਰੂਰੀ ਹੈ ਨਾ। ਸੋ ਜੇ ਰਾਜਨੀਤਿਕ ਜਿਹੜੀ ਹੈਗੀ ਹੈ ਸੰਸਥਾ ਸਥਿਰ ਨਹੀਂ ਰਹੇਗੀ, ਸਟੇਬਲ ਨਹੀਂ ਰਹੇਗੀ ਤਾਂ ਆਰਥਿਕ ਵਿਕਾਸ ਵੀ ਨਹੀਂ ਹੋਏਗਾ। ਹੁਣ ਹੈ ਦੋਨਾਂ ਵਿੱਚ ਅੰਤਰ, ਦੇਖੋ ਦੋਨਾਂ 'ਚ ਬਹੁਤ ਅੰਤਰ ਹੈ। ਇਹਨਾਂ ਦਾ ਤਾਂ ਵਿਸ਼ਾ ਇਹੀ ਜਿਹੜਾ ਹੈਗਾ, ਇਹਨਾਂ ਦਾ ਲੈਵਲ ਹੀ ਅਲੱਗ ਹੈ। ਰਾਜਨੀਤੀ ਸ਼ਾਸਤਰ ਕੀ ਕਰਦਾ ਹੈ, ਰਾਜ ਅਤੇ ਸਰਕਾਰ ਦਾ ਅਧਿਐਨ ਕਰਦਾ ਹੈ, ਰਾਜ ਦੇ ਹਰੇਕ ਪੱਖ ਦਾ ਅਧਿਐਨ ਕਰਦਾ ਹੈ। ਪਰ ਅਰਥ ਸ਼ਾਸਤਰ 'ਚ ਕੀ ਹੁੰਦਾ ਹੈਗਾ, ਸਿਰਫ ਇਕਨੋਮਿਕ ਐਕਟੀਵਿਟੀਜ਼। ਰਾਜਨੀਤੀ ਸ਼ਾਸਤਰ ਵਿੱਚ ਰਾਜਨੀਤਿਕ ਐਕਟੀਵਿਟੀਜ਼। ਅਧਿਐਨ ਜਿਹੜਾ ਹੈਗਾ ਦੋਨਾਂ ਦਾ, ਇਹ 'ਚ ਵੀ ਅਧਿਐਨ ਜਿਵੇਂ ਕਰਦੇ ਆ ਉਹਦੇ 'ਚ ਵੀ ਡਿਫਰੈਂਸ ਹੈਗਾ। ਕਿਉਂਕਿ ਅਰਥ ਸ਼ਾਸਤਰ ਵਿੱਚ ਸਟੈਟਿਸਟਿਕਸ ਹੁੰਦਾ, ਅੰਕੜਾ ਵਿਗਿਆਨ ਹੁੰਦਾ। ਇਹਦੇ ਨਤੀਜੇ ਐਕੂਰੇਟ ਹੁੰਦੇ ਆ, ਠੀਕ ਹੈ। ਮੀਨ ਮੋਡ ਕੱਢਣਗੇ ਤਾਂ ਉਹ ਐਕੂਰੇਟ ਆਉਣਗੇ, ਹੈ ਨਾ। ਪਰ ਰਾਜਨੀਤੀ ਵਿਗਿਆਨ 'ਚ ਕੀ ਹੈ, ਸਿਰਫ ਨਿਰੀਖਣ ਕਰਦੇ ਨੇ, ਅਧਿਐਨ ਕਰਦੇ ਨੇ, ਤਾਂ ਨਤੀਜੇ ਜਿਹੜੇ ਹੈਗੇ ਵਾਰ-ਵਾਰ ਇੱਕੋ ਜਿਹੇ ਨਹੀਂ ਨਿਕਲਦੇ। ਕਿਉਂਕਿ ਆਪਾਂ ਪਹਿਲੇ ਚੈਪਟਰ 'ਚ, ਦੂਜੇ 'ਚ ਵੀ ਪੜ੍ਹਿਆ ਕਿ ਅਗਰ ਮਨੁੱਖ ਦਾ ਵਿਵਹਾਰ ਹੈ ਨਾ ਜਿਹੜਾ ਬਦਲਦਾ ਰਹਿੰਦਾ ਹੈ, ਅਸੀਂ ਅੱਜ ਕੋਈ ਰਿਜ਼ਲਟ ਕੱਢਿਆ ਹੈਗਾ ਤਾਂ ਕੱਲ੍ਹ ਅਗਰ ਦੁਬਾਰਾ ਉਸਨੂੰ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰਾਂਗੇ, ਪੜਚੋਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਨਤੀਜੇ ਅਲੱਗ ਹੀ ਆਉਣਗੇ, ਹਮੇਸ਼ਾ ਸਿਮਿਲਰ ਨਹੀਂ ਹੁੰਦੇ। ਤਾਂ ਰਾਜਨੀਤੀ ਦੇ ਵਿੱਚ ਜਿਹੜੇ ਹੈਗੇ ਨੇ ਨਤੀਜੇ ਸੇਮ ਨਹੀਂ ਨਿਕਲਦੇ ਹੈਗੇ, ਜਦਕਿ ਅਰਥ ਸ਼ਾਸਤਰ ਵਿੱਚ ਨਤੀਜੇ ਤੁਸੀਂ ਮੀਨ ਕੱਢੋਗੇ, ਮੋਡ ਕੱਢੋਗੇ ਜਾਂ ਕੋਈ ਵੀ ਲੌਜਿਕ ਲਗਾਓਗੇ, ਹੈ ਨਾ, ਤਾਂ ਉਹ ਸੇਮ ਹੀ ਆਏਗਾ। ਸੋ ਇਹ ਜਿਹੜੇ ਇਹਨਾਂ ਦਾ ਡਿਫਰੈਂਸ ਹੈ, ਪਰ ਇਹ ਦੋਨੋਂ ਇੱਕ ਦੂਜੇ ਦੇ ਸਹਿਯੋਗ ਤੋਂ ਬਿਨਾਂ ਨਹੀਂ ਚੱਲ ਸਕਦੇ, ਦੋਨੋਂ ਇੱਕ ਦੂਜੇ ਨਾਲ ਸਹਿਯੋਗ ਕਰਦੇ ਆ। ਨੈਕਸਟ ਹੈ ਪੋਲੀਟੀਕਲ ਸਾਇੰਸ ਐਂਡ ਸੋਸ਼ੋਲੋਜੀ। ਪੋਲੀਟੀਕਲ ਸਾਇੰਸ ਦੀ ਜਿਹੜੀ ਇੱਥੇ ਡੈਫੀਨੇਸ਼ਨਸ ਵਗੈਰਾ ਹੈਗਾ, ਜੋ ਵੀ ਹੈਗਾ, ਹੈ ਨਾ, ਤੁਸੀਂ ਫਸਟ ਕੁਐਸਚਨ ਵਾਲਾ ਲਿਖ ਸਕਦੇ ਹੋ ਜਿਹੜਾ ਮੈਂ ਪਹਿਲਾਂ ਕਰਵਾਇਆ ਸੀ, ਜਾਂ ਫਿਰ ਜਿਹੜਾ ਹੁਣ ਇਸ ਕੁਐਸਚਨ 'ਚ ਸਟਾਰਟਿੰਗ 'ਚ ਪੋਲੀਟੀਕਲ ਸਾਇੰਸ ਬਾਰੇ ਮੈਂ ਡਿਫਾਈਨ ਕੀਤਾ, ਤੁਸੀਂ ਉਹੀ ਸੇਮ ਇੱਥੇ ਲਿਖਣਾ ਔਰ ਲਿਖਣਾ ਜ਼ਰੂਰ ਹੈ। ਸੋਸ਼ੋਲੋਜੀ ਦੀ ਗੱਲ ਕਰੀਏ ਤਾਂ ਸੋਸ਼ੋਲੋਜੀ ਜਿਹੜੀ ਹੈਗੀ ਹੈ ਸਮਾਜ ਸ਼ਾਸਤਰ ਦਾ ਜਿਹੜਾ ਹੈਗਾ ਵਿਗਿਆਨ ਹੈਗਾ। ਸੋ ਸਮਾਜ ਦੀ ਇਹਦੇ ਵਿੱਚ ਸਟੱਡੀ ਕੀਤੀ ਜਾਂਦੀ ਹੈਗੀ ਹੈ। ਸਮਾਜ ਦੀ ਸਟੱਡੀ ਹੈ ਸੋਸ਼ੋਲੋਜੀ, ਦਾ ਸਟੱਡੀ ਆਫ ਸੋਸਾਇਟੀਜ਼ ਸੋਸ਼ੋਲੋਜੀ। ਇਹ ਮਨੁੱਖੀ ਜੀਵਨ ਦੇ ਸੰਬੰਧਾਂ, ਅੰਤਰਕਿਰਿਆਵਾਂ, ਸੰਸਥਾਵਾਂ ਦਾ ਅਧਿਐਨ ਕਰਦਾ ਹੈ, ਠੀਕ ਹੈ। ਸਮਾਜ ਦੇ ਵਿੱਚ ਜਿਹੜੇ ਮਨੁੱਖ ਰਹਿੰਦੇ ਨੇ, ਮਨੁੱਖ ਸਮਾਜਿਕ ਪ੍ਰਾਣੀ ਹੈ, ਸਮਾਜ ਤੋਂ ਬਿਨਾਂ ਨਹੀਂ ਰਹਿ ਸਕਦਾ, ਇਸ ਕਰਕੇ ਜਿਹੜਾ ਹੈਗਾ ਉਹ ਸਮਾਜ 'ਚ ਰਹਿੰਦਾ। ਅਤੇ ਸਮਾਜ ਦੀ ਸਟੱਡੀ ਕੀ ਹੈਗੀ ਹੈ, ਸਮਾਜ ਦਾ ਅਧਿਐਨ ਕੀ ਹੈਗਾ, ਸਮਾਜ ਸ਼ਾਸਤਰ। ਹੁਣ ਸਮਾਜ ਸ਼ਾਸਤਰ ਰਾਜਨੀਤੀ ਸ਼ਾਸਤਰ ਨੂੰ ਕੀ ਦੇ ਰਿਹਾ? ਹੁਣ ਦੇਖੋ ਸਮਾਜ ਸ਼ਾਸਤਰ ਕੀ ਹੈਗਾ, ਅਗਰ ਮੈਂ ਤੁਹਾਡੇ ਨਾਲ ਗੱਲ ਕਰਾਂ ਤਾਂ ਸਮਾਜ ਜਿਹੜਾ ਹੈਗਾ ਇੱਕ ਆਏ, ਇਸ ਦਾ ਜਿਹੜਾ ਹੈਗਾ ਇੱਕ ਪੱਖ ਜਿਹੜਾ ਹੈਗਾ ਉਹ ਕੀ ਹੈਗਾ, ਰਾਜਨੀਤੀ। ਸੋਸਾਇਟੀ ਬਹੁਤ ਵੱਡੀ ਹੈ, ਸੋਸ਼ੋਲੋਜੀ ਬਹੁਤ ਵੱਡੀ ਹੈ, ਇਹਦੇ ਘੇਰੇ ਦੇ ਅੰਦਰ ਸਾਰਾ ਕੁਛ ਆ ਜਾਂਦਾ ਹੈ। ਸੋ ਇਸ ਕਰਕੇ ਜਿਹੜਾ ਹੈਗਾ ਇਹ ਤਾਂ ਸਿਰਫ ਇੱਕ ਜਸਟ ਸਮਾਜ ਦੇ ਵਿੱਚ ਰਹਿਣ ਵਾਲੀ ਜਿਹੜੀ ਹੈਗੀ ਹੈ ਰਾਜਨੀਤੀ, ਜਿਹੜਾ ਇੱਕ ਪੱਖ ਹੈ ਨਾ। ਸੋ ਰਾਜ ਦਾ ਵਿਕਾਸ ਸਮਾਜ ਦੇ ਵਿੱਚੋਂ ਹੋਇਆ, ਕਿਉਂਕਿ ਸਮਾਜ ਸਭ ਤੋਂ ਪਹਿਲਾਂ ਆਇਆ। ਸਮਾਜ ਦੀ ਹੋਂਦ ਸਭ ਤੋਂ ਪਹਿਲਾਂ ਆਈ ਹੈ ਅਤੇ ਰਾਜ ਦਾ ਹੋਂਦ ਜਿਹੜੀ ਹੈਗੀ ਆ ਉਹ ਬਾਅਦ 'ਚ ਆਇਆ, ਜਦੋਂ ਮਨੁੱਖ ਜਿਹੜਾ ਹੈਗਾ ਉਸਨੂੰ ਆਪਣਾ ਫਿਕਰ ਹੋਣ ਲੱਗਿਆ, ਫਿਰ ਉਹ ਧੜੇ ਬਣਾ ਕੇ ਰਹਿਣ ਲੱਗਿਆ, ਫਿਰ ਉਹ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਕਰਨ ਲੱਗਿਆ, ਫਿਰ ਰਾਜਾ ਬਣੇ, ਹੈ ਨਾ। ਸੋ ਬਾਅਦ 'ਚ ਚੀਜ਼ਾਂ ਆਈਆਂ, ਲੇਕਿਨ ਸਭ ਤੋਂ ਪਹਿਲਾਂ ਮਨੁੱਖ ਆਇਆ, ਤਾਂ ਮਨੁੱਖ ਇਕੱਠੇ ਹੋਏ, ਸਮਾਜ ਬਣਾਇਆ, ਹੈ ਨਾ। ਤਾਂ ਸਮਾਜ ਦੀ ਸਟੱਡੀ ਸੋਸ਼ੋਲੋਜੀ, ਸਮਾਜ ਸਭ ਤੋਂ ਪਹਿਲਾਂ ਆਇਆ ਹੈ। ਇਸ ਕਰਕੇ ਰਾਜਨੀਤੀ ਸ਼ਾਸਤਰ ਨੂੰ ਇਹ ਕੀ ਹੈ, ਦੇਣ ਇਸਦੀ ਬਹੁਤ ਵੱਡੀ ਹੈ। ਸੋ ਰਾਜ ਦੇ ਕਾਨੂੰਨ ਰੀਤੀ ਰਿਵਾਜ 'ਤੇ ਆਧਾਰਿਤ ਹੁੰਦੇ ਨੇ।
ਇਹ ਰੀਤੀ ਰਿਵਾਜ ਸਮਾਜ ਹੀ ਤਾਂ ਬਣਾਉਂਦਾ ਹੈ। ਤਾਂ ਸਮਾਜ ਜਿਹੜੇ ਰੀਤੀ ਰਿਵਾਜ ਜਿਹੜੇ ਮੈਜੋਰਟੀ ਆਫ ਦਾ ਪੀਪਲ ਜਿਹੜੀ ਚੀਜ਼ ਨਾਲ ਐਗਰੀ ਹੁੰਦੇ ਨੇ ਉਹ ਕਾਨੂੰਨ ਬਣ ਜਾਂਦੇ ਆ, ਹੈ ਨਾ। ਸੋ ਇਹ ਤਾਂ ਹੈ ਨਹੀਂ ਵੀ ਇੱਕ ਦੋ ਲੋਕਾਂ ਨੇ ਚੱਕਿਆ ਤੇ ਕਾਨੂੰਨ ਬਣਾਤੇ, ਨਹੀਂ, ਜੋ ਰੀਤੀ ਰਿਵਾਜ ਜੋ ਚੀਜ਼ ਆਪਾਂ ਚਾਹੁੰਦੇ ਹਾਂ ਸੋਸਾਇਟੀ ਚਾਹੁੰਦੀ ਹੈ ਉਹ ਕਾਨੂੰਨ ਬਣਦਾ ਹੈ। ਸਮਾਜ ਦੀ ਸਥਿਤੀ ਹੀ ਸਮਾਜਿਕ ਸੰਗਠਨ ਨੂੰ ਪ੍ਰਭਾਵਿਤ ਕਰਦੀ ਹੈ। ਜੇ ਸਮਾਜ ਦੀ ਸਥਿਤੀ ਵਧੀਆ ਤਾਂ ਹੀ ਰਾਜਨੀਤੀ ਚੱਲੇਗੀ। ਅਗਰ ਸਮਾਜ ਦੀ ਹਾਲਾਤ ਸੋਸਾਇਟੀ ਨਹੀਂ ਅੱਛੀ ਹੈਗੀ ਹੈ, ਨਹੀਂ ਤਰੀਕੇ ਨਾਲ ਚੱਲ ਰਹੀ ਹੈ, ਤਾਂ ਉੱਥੇ ਰਾਜਨੀਤਿਕ ਸੰਗਠਨ ਵੀ ਨਹੀਂ ਸਹੀ ਚੱਲਣਗੇ। ਰਾਜਨੀਤੀ ਸ਼ਾਸਤਰ ਵੀ ਸਮਾਜ ਨੂੰ ਕੀ ਦੇ ਰਿਹਾ ਹੈਗਾ, ਰਾਜਨੀਤੀ ਸ਼ਾਸਤਰ ਸਮਾਜ ਨੂੰ ਕਾਨੂੰਨਾਂ ਦੇ ਵਿੱਚ ਰੱਖਦਾ ਹੈ ਨਾ। ਹੁਣ ਮਨੁੱਖ ਹੈਗਾ ਸਮਾਜਿਕ ਪ੍ਰਾਣੀ ਹੈਗਾ ਅਤੇ ਜਿਹੜਾ ਹੈਗਾ ਇਸਦਾ ਆਪਣਾ ਆਪਣਾ ਪਰਸਪੈਕਟਿਵ ਹੈ। ਕੁਝ ਜਿਹੜੇ ਹੈਗੇ ਡੈਵੀਐਂਟ ਬਿਹੇਵੀਅਰ ਵਾਲੇ ਵੀ, ਵਿਚਲਣ ਵਾਲੇ ਲੋਕ ਵੀ ਰਹਿੰਦੇ ਆ, ਕ੍ਰਿਮੀਨਲਸ ਵੀ ਰਹਿੰਦੇ। ਸੋ ਇਹਨਾਂ ਸਭ ਨੂੰ ਕੰਟਰੋਲ ਕੌਣ ਕਰਦਾ ਹੈ, ਕਾਨੂੰਨ। ਤਾਂ ਅਗਰ ਰਾਜਨੀਤੀ ਸ਼ਾਸਤਰ ਨਹੀਂ ਹੋਏਗਾ ਤਾਂ ਕਾਨੂੰਨਾਂ ਦੇ ਵਿੱਚ ਕੰਟਰੋਲ 'ਚ ਕੌਣ ਰਹੇਗਾ, ਸਮਾਜ ਤਾਂ ਮਤਲਬ ਕੌਨਫਲਿਕਟ ਆ ਜਾਏਗਾ, ਲੜ ਲੜ ਕੇ ਲੋਕ ਮਰ ਜਾਣਗੇ, ਹੈ ਨਾ। ਸੋ ਇਸ ਲਈ ਕੀ ਹੈਗਾ, ਰਾਜਨੀਤੀ ਸ਼ਾਸਤਰ ਸਮਾਜ ਨੂੰ ਕਾਨੂੰਨਾਂ 'ਚ ਰੱਖਦਾ ਹੈਗਾ। ਸਮਾਜਿਕ ਘਟਨਾਵਾਂ, ਸੰਸਥਾਵਾਂ, ਤੱਤਾਂ ਨੂੰ ਸਮਝਣ ਵਿੱਚ ਰਾਜਨੀਤੀ ਸ਼ਾਸਤਰ ਕੀ ਹੈਗਾ, ਉਸਨੂੰ ਮਦਦ ਕਰਦਾ ਹੈ ਕਿ ਬਈ ਤੈਨੇ ਖੱਬੇ ਹੱਥ ਚੱਲਣਾ ਹੈ, ਰੂਲ ਹੈਗਾ ਤਾਂ ਤੈਨੇ ਖੱਬੇ ਹੱਥ ਚੱਲਣਾ ਹੈ, ਠੀਕ ਹੈ। ਸਮਾਜ ਵਿੱਚ ਆਪਾਂ ਰਹਿ ਕੇ ਇਹ ਵੀ ਕਰ ਸਕਦੇ ਕਿ ਸੱਜੇ ਪਾਸੇ ਜਾਵਾਂਗੇ, ਹੈ ਨਾ। ਅਗਰ ਅਸੀਂ ਗਲਤ ਸਾਈਡ ਲਵਾਂਗੇ ਤਾਂ ਚਲਾਨ ਕੱਟਿਆ ਜਾਂਦਾ, ਹੈਲਮਟ ਨਹੀਂ ਪਾਵਾਂਗੇ, ਮਾਸਕ ਨਹੀਂ ਪਾਵਾਂਗੇ, ਚਲਾਨ ਕੱਟਿਆ ਜਾਏਗਾ, ਹੈ ਨਾ। ਸੋ ਸਾਨੂੰ ਜਿਹੜਾ ਹੈਗਾ ਮਦਦ ਕਰਦਾ ਹੈਗਾ ਕਿ ਆਪਾਂ ਜਿਹੜਾ ਹੈਗਾ ਕੰਟਰੋਲ 'ਚ ਰਹੀਏ ਅਤੇ ਕਨਫਲਿਕਟ ਤੋਂ ਦੂਰ ਰਹੀਏ, ਲੜਾਈ ਝਗੜਿਆਂ ਤੋਂ। ਰਾਜ ਸਮਾਜ ਵਿਚਲੀਆਂ ਬੁਰਾਈਆਂ ਖਤਮ ਕਰਦਾ ਹੈ, ਵਧੀਆ ਵਾਤਾਵਰਣ ਕਾਇਮ ਕਰਦਾ ਹੈ, ਕਿਉਂਕਿ ਵਾਤਾਵਰਣ 'ਚ ਕਿਹਨੇ ਰਹਿਣਾ, ਮਨੁੱਖਾਂ ਨੇ, ਸਮਾਜ ਨੇ। ਰਾਜ ਹੀ ਮਨੁੱਖਾਂ ਦੇ ਵਿੱਚ, ਸਮਾਜ ਦੇ ਵਿੱਚ ਤਾਲਮੇਲ ਬਣਾ ਕੇ ਰੱਖਦਾ ਹੈਗਾ ਅਤੇ ਕਾਨੂੰਨ ਬਣਾ ਕੇ ਕਨਫਲਿਕਟ ਖਤਮ ਕਰਦਾ ਹੈ। ਅਗਰ ਕਾਨੂੰਨ ਨਹੀਂ ਹੋਏਗਾ, ਕੋਈ ਰਾਜਨੀਤੀ ਨਹੀਂ ਹੋਏਗੀ, ਤਾਂ ਫਿਰ ਜਿਹੜਾ ਹੈਗਾ ਇੱਥੇ ਬਹੁਤ ਹੀ ਜ਼ਿਆਦਾ ਲੜਾਈਆਂ ਹੋਣਗੀਆਂ, ਝਗੜੇ ਹੋਣਗੇ, ਆਪਣੀ ਆਪਣੀ ਮਨਮਰਜ਼ੀ ਕਰਨਗੇ ਲੋਕ। ਸੋ ਇਸ ਕਰਕੇ ਜਿਹੜਾ ਹੈਗਾ ਰਾਜ ਬਹੁਤ ਜ਼ਰੂਰੀ ਹੈ ਸਮਾਜ ਦੇ ਵਿੱਚ। ਹੁਣ ਦੋਨਾਂ ਦੇ ਵਿੱਚ ਅੰਤਰ ਦੀ ਗੱਲ ਕਰੀਏ ਤਾਂ ਦੋਹਾਂ ਦੇ ਵਿੱਚ ਬਹੁਤ ਸਾਰਾ ਅੰਤਰ ਹੈ। ਰਾਜਨੀਤੀ ਜਿਹੜੀ ਹੈਗੀ ਹੈ, ਰਾਜ ਸਰਕਾਰ ਕਾਨੂੰਨਾਂ ਸੰਸਥਾਵਾਂ ਦਾ ਅਧਿਐਨ ਹੈ ਨਾ, ਆਪਾਂ ਪਿੱਛੇ ਵੀ ਪੜ੍ਹ ਕੇ ਹਟੇ ਹਾਂ। ਜਦੋਂ ਕਿ ਸਮਾਜ ਸ਼ਾਸਤਰ ਵਿੱਚ ਸਮਾਜ ਵਿੱਚ ਰਹਿਣ ਵਾਲੇ ਮਨੁੱਖਾਂ ਦੇ ਸਮਾਜਿਕ ਸੰਬੰਧ, ਸਮਾਜਿਕ ਸੰਸਥਾਵਾਂ, ਸਮਾਜਿਕ ਕਿਰਿਆਵਾਂ ਦਾ ਅਧਿਐਨ ਹੁੰਦਾ ਹੈ ਨਾ, ਜਿਹੜੀਆਂ ਕਿ ਸਮਾਜਿਕ ਹੈ। ਪਰ ਰਾਜਨੀਤੀ ਦੇ ਵਿੱਚ ਰਾਜਨੀਤਿਕ ਕਿਰਿਆਵਾਂ ਦਾ ਅਧਿਐਨ। ਸਮਾਜ ਸ਼ਾਸਤਰ ਭੂਤ ਵਰਤਮਾਨ ਨਾਲ ਸੰਬੰਧਿਤ ਹੈ, ਜਦਕਿ ਰਾਜਨੀਤੀ ਤਿੰਨੋਂ ਨਾਲ ਸੰਬੰਧਿਤ ਹੈ, ਠੀਕ ਹੈ। ਸਭ ਕੁਛ ਦੇਖਦਾ ਹੈਗਾ, ਭੂਤਕਾਲ ਤੋਂ ਚੱਕਦਾ ਹੈ ਕਿ ਕੀ ਗਲਤੀਆਂ ਕੀਤੀਆਂ ਉਹ ਇਸ ਵਾਲੀ ਰਾਜਨੀਤੀ 'ਚ ਨਹੀਂ ਕਰਨੀਆਂ, ਹੈ ਨਾ। ਸੋ ਹੁਣ ਵਾਲੀ ਰਾਜਨੀਤੀ ਦੇਖਦਾ ਕਿ ਸਹੀ ਚੱਲ ਰਿਹਾ, ਪ੍ਰੋਪਰ ਚੱਲ ਰਿਹਾ, ਤਾਂ ਫਿਰ ਜਿਹੜਾ ਹੈ ਸੁਧਾਰ ਕਰਾਂਗੇ ਭਵਿੱਖਬਾਣੀ 'ਚ। ਤਿੰਨੋਂ ਚੀਜ਼ਾਂ ਨਾਲ ਲੈ ਕੇ ਚੱਲਦੇ ਆ। ਸਮਾਜ ਸ਼ਾਸਤਰ ਉਦੋਂ ਤੋਂ ਹੈ ਜਦੋਂ ਤੋਂ ਸਮਾਜ ਬਣਿਆ। ਹੁਣ ਸਮਾਜ ਜਦੋਂ ਤੋਂ ਬਣਿਆ ਉਦੋਂ ਤੋਂ ਹੀ ਸੁਸਾਇਟੀ ਬਣੀ, ਉਦੋਂ ਤੋਂ ਹੀ ਜਿਹੜਾ ਹੈਗਾ ਸੋਸ਼ੋਲੋਜੀ, ਆਪਾਂ ਕਹਿ ਸਕਦੇ ਹਾਂ ਕਿ ਸਮਾਜ ਦੀ ਸਟੱਡੀ ਹੈਗੀ ਹੈ, ਇਹ ਪੁਰਾਣੇ ਤੋਂ ਪੁਰਾਣੇ ਮਨੁੱਖਾਂ ਦੀ ਸਟੱਡੀ ਕਰਦਾ, ਤਾਂ ਕਰਕੇ ਸੋਸ਼ੋਲੋਜੀ ਹੈ। ਪਰ ਰਾਜਨੀਤੀ ਜਿਹੜੀ ਹੈਗੀ ਆ ਬਾਅਦ 'ਚ ਆਈ ਹੈ, ਜਦੋਂ ਮਨੁੱਖ ਨੇ ਇਕੱਠੇ ਹੋ ਕੇ ਰਹਿਣਾ ਸਟਾਰਟ ਕੀਤਾ, ਆਪਣੀ ਹੋਂਦ ਬਣਾਉਣ ਲਈ ਦੂਜੇ ਨੂੰ ਖਤਮ ਕੀਤਾ, ਹੈ ਨਾ। ਸੋ ਇਹ ਬਾਅਦ 'ਚ ਆਇਆ ਕੰਸੈਪਟ ਰਾਜਨੀਤੀ ਦਾ, ਸਮਾਜ ਤਾਂ ਪਹਿਲਾਂ ਤੋਂ ਹੀ ਹੈ। ਸਮਾਜ ਸ਼ਾਸਤਰ ਇੱਕ ਵਿਗਿਆਨ ਹੈ ਕਿਉਂਕਿ ਇਹ ਮਨੁੱਖ ਦੇ ਸਾਰੇ ਪੱਖਾਂ ਦਾ ਅਧਿਐਨ ਕਰਦਾ ਹੈ ਜਿਹੜੇ ਸਮਾਜ ਦੇ ਨਾਲ ਸੰਬੰਧਿਤ ਹੈ, ਸਮਾਜਿਕ ਹੈ। ਪਰ ਰਾਜਨੀਤੀ ਵਿੱਚ ਸਿਰਫ ਔਰ ਸਿਰਫ ਰਾਜਨੀਤਿਕ ਪੱਖ ਦਾ ਹੀ ਅਧਿਐਨ ਹੈ। ਹੁਣ ਹੈ ਥਰਡ ਟੌਪਿਕ ਕਿ ਪੋਲੀਟੀਕਲ ਸਾਇੰਸ ਐਂਡ ਹਿਸਟਰੀ, ਥਰਡ ਸਬਜੈਕਟ ਹੈ ਜੀ ਇਹ, ਰਾਜਨੀਤੀ ਸ਼ਾਸਤਰ ਅਤੇ ਇਤਿਹਾਸ। ਹੁਣ ਫਿਰ ਪੋਲੀਟੀਕਲ ਸਾਇੰਸ ਬਾਰੇ ਆਪਾਂ ਲਿਖਣਾ ਹੈ, ਲੇਕਿਨ ਉਹੀ ਵਾਲਾ ਲਿਖਣਾ ਜਿਹੜਾ ਤੁਸੀਂ ਯਾਦ ਕੀਤਾ ਹੋਇਆ, ਜਿਹੜਾ ਮੈंने ਸਭ ਤੋਂ ਪਹਿਲਾਂ ਤੁਹਾਨੂੰ ਹੁਣੇ ਕਰਵਾਇਆ। ਸੋ ਉਹ ਇੱਥੇ ਲਿਖ ਦਾਂਗੇ। ਉਸ ਤੋਂ ਬਾਅਦ 'ਚ ਹਿਸਟਰੀ। ਹਿਸਟਰੀ ਕੀ ਹੈ, ਬੀਤੀਆਂ ਘਟਨਾਵਾਂ ਦਾ ਅਧਿਐਨ, ਭੂਤਕਾਲ ਦਾ ਅਧਿਐਨ। ਹਿਸਟਰੀ ਇਜ਼ ਦਾ ਸਟੱਡੀ ਆਫ ਪਾਸਟ ਈਵੈਂਟਸ, ਠੀਕ ਹੈ। ਸੋ ਪਾਸਟ ਈਵੈਂਟ ਨੇ ਜਿਹੜੇ, ਉਹਨਾਂ ਦੀ ਸਟੱਡੀ ਜਿਹੜਾ ਕਰਦਾ ਹੈ ਉਹ ਹੈ ਇਤਿਹਾਸ। ਇਸ ਵਿੱਚ ਭੂਤਕਾਲ ਨਾਲ ਸੰਬੰਧਿਤ ਘਟਨਾਵਾਂ ਦਾ ਅਧਿਐਨ ਕੀਤਾ ਜਾਂਦਾ ਹੈ, ਹਿਸਟੋਰੀਕਲ ਈਵੈਂਟਸ ਦਾ ਅਧਿਐਨ ਕੀਤਾ ਜਾਂਦਾ ਹੈ। ਜੋ ਅੱਜ ਹੈ ਉਹ ਕੱਲ੍ਹ ਭੂਤਕਾਲ ਬਣ ਜਾਏਗਾ। ਸੋ ਇਹ ਇੱਕ ਬਹੁਤ ਮਹੱਤਵਪੂਰਨ ਵਿਸ਼ਾ ਹੈ। ਇਹ ਸਾਨੂੰ ਦੱਸਦਾ ਹੈ ਕਿ ਜਿਹੜੇ ਪੁਰਾਣੇ ਮਨੁੱਖ ਨੇ ਉਹਨਾਂ ਨੇ ਕੀ ਸਫਲਤਾਵਾਂ ਹਾਸਿਲ ਕੀਤੀਆਂ, ਕੀ ਅਸਫਲਤਾਵਾਂ ਹਾਸਿਲ ਕੀਤੀਆਂ। ਸਫਲਤਾ ਅਸਫਲਤਾ ਦੋਨਾਂ ਦਾ ਜ਼ਿਕਰ ਮਿਲਦਾ। ਹੁਣ ਇਤਿਹਾਸ ਰਾਜਨੀਤੀ ਸ਼ਾਸਤਰ ਨੂੰ ਕੀ ਦੇ ਰਿਹਾ ਹੈ? ਇਤਿਹਾਸ ਜਿਹੜਾ ਹੈਗਾ ਰਾਜਨੀਤੀ ਸ਼ਾਸਤਰ ਨੂੰ ਬਹੁਤ ਵੱਡੀ ਦੇਣ ਹੈ। ਜੇ ਰਾਜਨੀਤਿਕ ਸੰਸਥਾਵਾਂ ਨੂੰ ਸਹੀ ਤਰੀਕੇ ਨਾਲ ਚਲਾਉਣਾ ਸਮਝਣਾ ਹੈ ਤਾਂ ਉਹ ਪਹਿਲਾਂ ਰਾਜਨੀਤੀ ਸ਼ਾਸਤਰ ਵਾਲੇ ਕੀ ਦੇਖਦੇ ਨੇ ਕਿ ਪੁਰਾਣੇ ਇਤਿਹਾਸ ਵਿੱਚ ਕਿਹੜੀਆਂ ਗਲਤੀਆਂ ਮਨੁੱਖਾਂ ਨੇ ਕਰਨੀਆਂ, ਉਹ ਆਪਾਂ ਹੁਣ ਨਹੀਂ ਕਰਨੀਆਂ ਆਪਣੀ ਰਾਜਨੀਤੀ 'ਚ, ਹੈ ਨਾ। ਸੋ ਜਿਹੜੀ ਚਾਣਕਿਆ ਦੀ ਹੈਗੀ ਹੈ ਅਰਥ ਸ਼ਾਸਤਰ, ਕੌਟਿਲਿਆ ਵਾਲੀ, ਹੈ ਨਾ, ਉਹਦੇ ਵਿੱਚ ਕਾਫੀ ਪ੍ਰਸ਼ਾਸਨ ਦਾ ਕੰਮ, ਰਾਜਨੀਤੀ ਦਾ ਕੰਮ ਦਿੱਤਾ, ਮਤਲਬ ਕਿ ਲਿਖਿਆ ਗਿਆ। ਤਾਂ ਜਿਹੜਾ ਹੈਗਾ ਉਸਦੇ ਥਰੂ ਹੀ ਜਿਹੜੀ ਅੱਜ ਦੀ ਰਾਜਨੀਤੀ ਵੀ ਚੱਲ ਰਹੀ ਹੈ। ਸੋ ਉਹ ਵਾਲੀਆਂ ਚੀਜ਼ਾਂ ਦੂਰ ਕੀਤੀਆਂ ਜਾਂਦੀਆਂ। ਇਤਿਹਾਸ ਰਾਜਨੀਤੀ ਸ਼ਾਸਤਰ ਦਾ ਮਾਰਗਦਰਸ਼ਨ ਕਰਦਾ ਹੈ ਅਤੇ
ਰਾਜਨੀਤੀ ਜਿਹੜੀ ਹੈਗੀ ਉਹਨਾਂ ਭੁੱਲਾਂ ਨੂੰ ਦੂਰ ਕਰਦੀ ਹੈ। ਰਾਜਨੀਤੀ ਸ਼ਾਸਤਰ ਇਤਿਹਾਸ ਨੂੰ ਕੀ ਦਿੰਦਾ ਹੈ ਕਿ ਜੇ ਇਤਿਹਾਸ ਵਿੱਚ ਰਾਜਨੀਤਿਕ ਘਟਨਾਵਾਂ ਨਹੀਂ ਹੋਣੀਆਂ ਤਾਂ ਇਤਿਹਾਸ ਖੋਖਲਾ ਲੱਗੇਗਾ, ਹੈ ਨਾ। ਜਿਹੜੀਆਂ ਵੀ ਲੜਾਈਆਂ ਲੜੀਆਂ ਗਈਆਂ, ਅਗਰ ਉਹ ਨਾ ਲੜੀਆਂ ਜਾਂਦੀਆਂ ਤਾਂ ਇਤਿਹਾਸ ਕਿਵੇਂ ਬਣਦਾ। ਜੋ ਇਹ ਸਭ ਕੁਝ ਬੀਤਿਆ ਹੋਈ ਤਾਂ ਕਾਨੂੰਨ ਬਣ ਗਿਆ, ਹੈ ਨਾ। ਸੋ ਰਾਜਨੀਤਿਕ ਵਿਚਾਰਧਾਰਾਵਾਂ ਹੀ ਇਤਿਹਾਸ ਸਿਰਜਣ ਕਰਦੀਆਂ ਨੇ, ਜਿਵੇਂ ਕਿ 1917 ਦੀ ਕ੍ਰਾਂਤੀ ਮਾਰਕਸ ਕਰਕੇ ਹੋਈ ਸੀ, ਜੋ ਇਤਿਹਾਸਿਕ ਕ੍ਰਾਂਤੀ ਬਣੀ। ਸੋ ਜੋ ਵੀ ਕੁਝ ਹੋਇਆ ਰਾਜਨੀਤਿਕ ਘਟਨਾਵਾਂ ਉਹ ਹੀ ਇਤਿਹਾਸ ਬਣੀਆਂ, ਅਗਰ ਉਹ ਨਾ ਹੁੰਦੀਆਂ ਤਾਂ ਇਤਿਹਾਸ ਕਿੱਦਾਂ ਬਣਦਾ। ਸੋ ਤਾਂ ਵੀ ਜਿਹੜੀਆਂ ਹੈਗੀਆਂ ਦੋਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਗਹਿਰਾ ਰਿਸ਼ਤਾ ਹੈ। ਸੋ ਦੋਨਾਂ 'ਚ ਅੰਤਰ ਕਿਹੜਾ ਹੈਗਾ ਕਿ ਇਤਿਹਾਸ ਦਾ ਘੇਰਾ ਜਿਹੜਾ ਹੈ ਰਾਜਨੀਤੀ ਦੇ ਘੇਰੇ ਤੋਂ ਵਿਸ਼ਾਲ ਹੈ, ਕਿਉਂਕਿ ਇਤਿਹਾਸ ਜਿਹੜਾ ਹੈਗਾ ਮਨੁੱਖ ਦੇ ਸਾਰੇ ਪਹਿਲੂਆਂ ਦਾ ਅਧਿਐਨ ਕੀਤਾ ਜਾਂਦਾ ਜੋ ਬੀਤ ਚੁੱਕੇ ਨੇ, ਬੀਤੀਆਂ ਘਟਨਾਵਾਂ ਦਾ ਅਧਿਐਨ ਹੈ। ਪਰ ਰਾਜਨੀਤੀ ਵਿੱਚ ਕੇਵਲ ਇੱਕੋ ਪਹਿਲੂ ਦੇਖਿਆ ਜਾਂਦਾ ਹੈ, ਔਰ ਕਿਹੜਾ, ਰਾਜਨੀਤਿਕ ਪਹਿਲੂ, ਸਿਰਫ ਰਾਜਨੀਤਿਕ ਪੱਖ। ਪਰ ਇਤਿਹਾਸ ਦੇ ਵਿੱਚ ਜਿਹੜਾ ਹੈਗਾ ਮਨੁੱਖ, ਪੁਰਾਣੇ ਬੀਤੇ ਮਨੁੱਖਾਂ ਦੇ ਸਾਰੀਆਂ ਚੀਜ਼ਾਂ ਦਾ ਅਧਿਐਨ ਕੀਤਾ ਜਾਂਦਾ। ਅਧਿਐਨ ਵਿਧੀਆਂ 'ਚ ਵੀ ਜਿਹੜਾ ਹੈਗਾ ਡਿਫਰੈਂਸ ਹੈ। ਹੁਣ ਇਤਿਹਾਸ ਕੀ ਹੈ, ਇਤਿਹਾਸ ਨੂੰ ਆਪਾਂ ਪਰਖ ਨਹੀਂ ਸਕਦੇ। ਇਤਿਹਾਸ ਦੀ ਸਿਰਫ ਵਿਆਖਿਆ ਕੀਤੀ ਜਾ ਸਕਦੀ ਹੈ, ਵਰਣਨ ਕੀਤਾ ਜਾ ਸਕਦਾ ਹੈ। ਇਹਦੇ ਵਿੱਚ ਇਤਿਹਾਸ ਦੇ ਵਿੱਚ ਭਵਿੱਖਬਾਣੀ ਨਹੀਂ ਹੁੰਦੀ, ਅਤੇ ਕਿਤੇ ਭਵਿੱਖਬਾਣੀ ਨਹੀਂ ਕੀਤੀ ਹੁੰਦੀ। ਪਰ ਰਾਜਨੀਤੀ ਦੇ ਵਿੱਚ ਕੀ ਹੈ, ਬੀਤੀਆਂ ਘਟਨਾਵਾਂ ਨੂੰ ਦੇਖ ਕੇ ਭਵਿੱਖਬਾਣੀ ਵੀ ਕੀਤੀ ਜਾ ਸਕਦੀ ਹੈ। ਇਤਿਹਾਸ ਸਿਰਫ ਬੀਤੀ ਘਟਨਾਵਾਂ ਦਾ ਵਰਣਨ ਹੈ, ਸਿਰਫ ਔਰ ਸਿਰਫ। ਪਰ ਰਾਜਨੀਤੀ ਸ਼ਾਸਤਰ ਵਿੱਚ ਵਰਤਮਾਨ, ਭੂਤ, ਭਵਿੱਖ ਤਿੰਨੋਂ ਦਾ ਵਰਣਨ ਕੀਤਾ ਜਾਂਦਾ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਦੋਨਾਂ ਵਿੱਚ ਅੰਤਰ ਹੋਣ ਦੇ ਬਾਵਜੂਦ ਦੋਨੋਂ ਇੱਕ ਦੂਜੇ ਨਾਲ ਸੰਬੰਧਿਤ ਹੈ, ਦੋਨੋਂ ਹੀ ਇੱਕ ਦੂਜੇ 'ਤੇ ਨਿਰਭਰ ਨੇ। ਬਿਨਾਂ ਇੱਕ ਦੂਜੇ ਦੀ ਮਦਦ ਤੋਂ ਇਹ ਕੁਝ ਵੀ ਨਹੀਂ ਕਰ ਸਕਦੇ। ਹੋਪ ਤੁਹਾਨੂੰ ਵੀਡੀਓ ਚੰਗਾ ਲੱਗਿਆ ਹੋਵੇਗਾ। ਮਿਲਦੇ ਨਵੇਂ ਵੀਡੀਓ ਦੇ ਨਾਲ। ਧੰਨਵਾਦ।